ਦਾਦਾ ਪੋਤੀ ਸੈਰ ਨੂੰ ਗਏ। ਸਿਮਰਤ 5ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਹ ਜਦ ਵੇਲੀ ਹੁੰਦੀ ਤਦ ਆਪਣੇ ਦਾਦਾ ਜੀ ਕੋਲ ਆ ਬੈਠਦੀ। ਉਸਦੇ ਦਾਦਾ ਜੀ ਚੰਗੇ ਪੜ੍ਹੇ ਲਿਖੇ ਸਨ। ਉਹਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਆਪਣੀ ਪੋਤੀ ਨੂੰ ਕਦੇ ਰਮਾਇਣ ਅਤੇ ਮਹਾਭਾਰਤ ਵਿੱਚੋਂ ਕਹਾਣੀਆਂ ਸੁਣਾਉਂਦੇ, ਕਦੀ ਪੰਜਾਬ ਦੇ ਇਤਿਹਾਸ ਵਿੱਚੋਂ। ਉਹ ਜੋ ਕੁਝ ਵੀ ਦੱਸਦੇ ਕਹਾਣੀ ਵਾਂਗ ਰੋਚਕ ਬਣਾ ਕੇ ਦੱਸਦੇ। ਸਿਮਰਤ ਨੂੰ ਦਾਦਾ ਜੀ ਤੋਂ ਨਵੇਂ ਤੋਂ ਨਵਾਂ ਜਾਣ ਕੇ ਖੁਸ਼ੀ ਹੁੰਦੀ। ਇਸ ਵਾਰੀ ਸਿਮਰਤ ਨੂੰ 3-4 ਛੁੱਟੀਆਂ ਇਕੱਠੀਆਂ ਆ ਗਈਆਂ। ਉਸਨੇ ਸਕੂਲ ਤੋਂ ਘਰ ਲਈ ਦਿੱਤਾ ਕੰਮ ਮੁਕਾ ਲਿਆ। ਕਈ ਪਾਠਾਂ ਦੀ ਦੁਹਰਾਈ ਵੀ ਕਰ ਲਈ ਸੀ। ਇਸ ਲਈ ਉਹ ਦਾਦਾ ਜੀ ਦੇ ਸੈਰ ਦੇ ਸਮੇਂ ਤੱਕ ਵਿਹਲੀ ਹੋ ਕੇ ਉਹਨਾਂ ਦੇ ਨਾਲ ਤੁਰ ਪੈਂਦੀ। ਦਾਦਾ ਪੋਤੀ ਦੋਵੇਂ ਸੈਰ ਕਰਦੇ। ਇੱਕ ਦਿਨ ਸੈਰ ਕਰਦਿਆਂ ਸਿਮਰਤ ਨੇ ਕਿਹਾ, ਦਾਦਾ ਜੀ, ਮੈਨੂੰ ਸੋਹਣੀਆਂ ਸੋਹਣੀਆਂ ਗੱਲਾਂ ਸੁਣਾਓ। ਜ਼ਰੂਰ, ਤੂੰ ਕੁਝ ਪੁੱਛ, ਫਿਰ ਮੈਂ ਦੱਸੀ ਜਾਵਾਂਗਾ। ਦਾਦਾ ਜੀ ਨੇ ਕਿਹਾ, ਤੁਸੀਂ ਸਵੇਰ ਦੀ ਸ਼ਾਮ ਨੂੰ ਸੈਰ ਕਰਨ ਲਈ ਕਿਉਂ ਜਾਂਦੇ ਹੋ? ਸੁਣਤੀ ਏ, ਜਦੋਂ ਮੈਂ ਪਿੰਡ ਵਿੱਚ ਰਹਿੰਦਾ ਸੀ ਤਾਂ ਖੇਤਾਂ ਵਿੱਚ ਕਿਸੇ ਨਾ ਕਿਸੇ ਕੰਮ ਲਈ ਕਈ ਵਾਰ ਜਾਣਾ। ਇਸ ਤਰ੍ਹਾਂ 8-10 ਕਿਲੋਮੀਟਰ ਸੈਰ ਆਪੇ ਹੋ ਜਾਂਦੀ ਸੀ। ਫਿਰ ਖੇਤੀ ਦੇ ਕੰਮ ਵੀ ਜ਼ੋਰ ਵਾਲੇ ਹੁੰਦੇ ਸਨ। ਪਸ਼ੂਆਂ ਲਈ ਖੇਤੋਂ ਪੱਠੇ ਵੱਢ ਕੇ ਲਿਆਉਣੇ ਤੇ ਕੁਤਰਨੇ, ਹਲ ਵਾਹੁਣਾ, ਗੋਡੀ ਕਰਨੀ, ਫਿਰ ਵਾਢੀ ਅਤੇ ਗਹਾਈ। ਉਦੋਂ ਮਸ਼ੀਨਾਂ ਕਿੱਥੇ ਸਨ? ਬਹੁਤਾ ਕੰਮ ਹੱਥੀਂ ਕਰੀਦਾ ਸੀ। ਸਰੀਰ ਦੀ ਕਸਰਤ ਕੰਮ ਕਰਦਿਆਂ ਬਥੇਰੀ ਹੋ ਜਾਂਦੀ ਸੀ। ਤੇ ਦਾਦੀ ਜੀ? ਦਾਦੀ ਜੀ ਲਈ ਵੀ ਅਨੇਕਾਂ ਕੰਮ ਹੁੰਦੇ ਸਨ। ਮੱਝਾਂ ਚੋਣੀਆਂ, ਦੁੱਧ ਰਿੜਕਣਾ, ਚੱਕੀ ਝੋਣੀ, ਮੂਲੇ ਨਾਲ ਉਖਲੀ ਵਿੱਚ ਕੋਈ ਨਾ ਕੋਈ ਚੀਜ਼ ਕੁੱਟਣੀ। ਸਾਰੇ ਕੰਮ ਜ਼ੋਰ ਦੇ ਸਨ। ਰੋਟੀ ਪਕਾਉਣੀ, ਘਰ ਸਾਫ਼ ਕਰਨਾ, ਕੱਪੜੇ ਧੋਣ ਵਰਗੇ ਘਰ ਦੇ ਹੋਰ ਕੰਮ ਵੀ ਹੁੰਦੇ ਸਨ। ਹੁਣ ਇੱਥੇ ਦਾਦਾ ਜੀ? ਪੁੱਤਰ, ਹੁਣ ਇੱਥੇ ਸ਼ਹਿਰ ਵਿੱਚ ਤੁਹਾਡੇ ਕੋਲ ਹਾਂ, ਕੰਮ ਕੋਈ ਵੀ ਨਹੀਂ ਹੈ। ਡਰਦਾ ਵਾਂ ਇਸ ਤਰ੍ਹਾਂ ਸਰੀਰ ਬਿਲਕੁਲ ਬੇਕਾਰ ਨਾ ਹੋ ਜਾਵੇ। ਸੋ ਸਵੇਰੇ ਅਤੇ ਸ਼ਾਮ ਨੂੰ 4-5 ਕਿਲੋਮੀਟਰ ਸੈਰ ਕਰਦਾ ਹਾਂ। ਦਾਦਾ ਜੀ, ਜਦੋਂ ਤੁਸੀਂ ਪੜ੍ਹਦੇ ਸੀ ਉਦੋਂ ਦੀ ਕੋਈ ਗੱਲ ਸੁਣਾਓ, ਸਿਮਰਤ ਨੇ ਪੁੱਛਿਆ। ਧੀਏ, ਗੱਲਾਂ ਬਹੁਤ ਹਨ, ਲੈ ਸੁਣ। ਇੱਕ ਤਾਂ ਮੈਨੂੰ ਲੱਗਦਾ ਕਿ ਸਕੂਲ ਪੜ੍ਹਦਿਆਂ ਦੇ ਦਿਨ ਬੜੇ ਹੀ ਚੰਗੇ ਸਨ। ਚੰਗੇ ਤਾਂ ਹੁਣ ਵੀ ਹੋਣਗੇ। ਵੱਡੇ ਹੋ ਕੇ ਸਕੂਲ ਦੇ ਦਿਨ ਵਧੇਰੇ ਹੀ ਯਾਦ ਆਉਂਦੇ ਹਨ। ਕੁਝ ਚੁੱਪ ਰਹਿਣ ਤੋਂ ਪਿੱਛੋਂ ਦਾਦਾ ਜੀ ਬੋਲੇ, ਮੈਨੂੰ ਤਾਂ ਟਾਈਮ ਟੇਬਲ ਦੀ ਹੀ ਹੁਣ ਸਮਝ ਆਈ ਹੈ। ਮੈਂ ਵੇਖਿਆ ਇਸ ਦੀ ਲੋੜ ਇਕੱਲੀ ਸਕੂਲ ਵਿੱਚ ਹੀ ਨਹੀਂ ਹੁੰਦੀ। ਹਰੇਕ ਨੂੰ ਹਰ ਸਮੇਂ ਇਸ ਦਾ ਲਾਭ ਹੁੰਦਾ ਏ। ਉਹ ਕਿਵੇਂ ਦਾਦਾ ਜੀ? ਪੁੱਤਰ, ਸਵੇਰੇ ਉੱਠਦੇ ਆਂ, ਸਾਰਿਆਂ ਕੋਲ ਇੱਕੋ ਜਿੰਨਾ ਸਮਾਂ ਹੁੰਦਾ ਏ। ਬਸ ਕੋਈ ਸਮੇਂ ਨੂੰ ਕਿਵੇਂ ਵਰਤਦਾ ਏ, ਇਸੇ ਗੱਲ ਵਿੱਚ ਫਰਕ ਹੈ। ਹੁਣ ਤੇਰੇ ਕੋਲ ਦਿਨ ਅਤੇ ਰਾਤ ਦੇ 24 ਘੰਟੇ ਹੁੰਦੇ ਹਨ। ਤੇਰੇ ਪਾਪਾ ਕੋਲ ਵੀ ਇੰਨੇ ਹੀ ਹੈ। ਮੇਰੇ ਕੋਲ ਵੀ ਇੰਨਾ ਹੀ ਸਮਾਂ ਹੁੰਦਾ ਏ। ਟਾਈਮ ਟੇਬਲ ਨਾਲ ਇਸ ਮਿਲੇ ਸਮੇਂ ਦੀ ਵਿਉਂਤਬੰਦੀ ਹੋ ਜਾਂਦੀ ਹੈ। ਇਹ ਤਾਂ ਬੜੀ ਚੰਗੀ ਗੱਲ ਹੈ ਦਾਦਾ ਜੀ। ਹਾਂ ਧੀਏ, ਮੇਰੇ ਵੀ ਦਾਦਾ ਜੀ ਸਨ। ਉਹ ਖੇਤੀ ਕਰਦੇ ਸਨ। ਜਿਵੇਂ ਤੁਸੀਂ ਮੇਰੇ ਦਾਦਾ ਜੀ ਹੋ। ਹਾਂ, ਬਿਲਕੁਲ ਇਸੇ ਤਰ੍ਹਾਂ। ਉਹ ਰਾਤ ਨੂੰ ਸੌਣ ਤੋਂ ਪਹਿਲਾਂ ਸਾਰਿਆਂ ਨੂੰ ਆਪਣੇ ਕੋਲ ਬਿਠਾ ਕੇ ਅਗਲੇ ਦਿਨ ਦੀ ਵਿਉਂਤਬੰਦੀ ਬਣਾਉਂਦੇ ਸਨ। ਸਭ ਤੋਂ ਜ਼ਰੂਰੀ ਕੰਮ ਸਵੇਰੇ ਪਹਿਲਾਂ ਕਰਨ ਦੀ ਸੋਚੀ ਜਾਂਦੀ। ਬਾਕੀ ਕੰਮਾਂ ਲਈ ਵੀ ਸਮਾਂ ਮਿਥ ਲਿਆ ਜਾਂਦਾ। ਸਾਰੇ ਆਪਣੀ ਆਪਣੀ ਡਿਊਟੀ ਵੰਡ ਲੈਂਦੇ। ਇਸ ਦਾ ਲਾਭ ਇਹ ਹੁੰਦਾ ਕਿ ਹਰ ਕੋਈ ਸਵੇਰ ਹੁੰਦਿਆਂ ਹੀ ਆਪਣੇ ਕੰਮ ਉੱਤੇ ਜਾ ਲੱਗਦਾ। ਸਾਂਝ ਹੁੰਦੀ ਤਦ ਫਿਰ ਸਾਰੇ ਇਕੱਠੇ ਹੋ ਬੈਠਦੇ ਤੇ ਕੀਤੇ ਗਏ ਆਪਣੇ ਆਪਣੇ ਕੰਮਾਂ ਦਾ ਲੇਖਾ ਜੋਖਾ ਕਰਦੇ। ਹਾਂ ਜੀ, ਹੋਰ ਦੱਸੋ। ਕਿਹੜਾ ਕੰਮ ਰਹਿ ਗਿਆ, ਕਿੰਨਾ ਰਹਿ ਗਿਆ ਅਤੇ ਅਜਿਹਾ ਕਿਉਂ ਹੋਇਆ?
ਅਜਿਹੇ ਸਵਾਲ ਆਪਣੇ ਆਪ ਨੂੰ ਕੀਤੇ ਜਾਂਦੇ। ਫੇਰ ਤਾਂ ਮੇਰੇ ਦਾਦਾ ਜੀ ਦੇ ਦਾਦਾ ਜੀ ਬੜੇ ਸਿਆਣੇ ਸਨ ਦਾਦਾ ਜੀ, ਸਿਮਰਤ ਬੋਲੀ। ਨੱਕੜ ਦਾਦਾ ਜੀ ਆਖ ਸਿਮਰਤ। ਹਾਂ, ਉਹ ਬੜੇ ਸਮਝਦਾਰ ਸਨ। ਮੈਂ ਬਹੁਤ ਸਾਰੀਆਂ ਗੱਲਾਂ ਉਹਨਾਂ ਤੋਂ ਸਿੱਖੀਆਂ। ਦਾਦਾ ਜੀ ਇਹ ਦੱਸੋ, ਦਿਨ ਰਾਤ ਦੇ 24 ਘੰਟੇ ਕਿਸੇ ਤਰ੍ਹਾਂ ਵਧਾਏ ਨਹੀਂ ਜਾ ਸਕਦੇ? ਵਧਾਏ ਤਾਂ ਨਹੀਂ ਜਾ ਸਕਦੇ, ਪਰ ਉਹਨਾਂ ਦਾ ਮੁੱਲ ਜ਼ਰੂਰ ਵਧਾਇਆ ਜਾ ਸਕਦਾ ਏ। ਕਿਵੇਂ ਦਾਦਾ ਜੀ? ਵਿਉਂਤਬੰਦੀ ਕਰਕੇ ਹੀ। ਜ਼ਰੂਰੀ ਕੰਮਾਂ ਨੂੰ ਪਹਿਲਾਂ ਕੀਤਾ ਜਾਵੇ। ਹਾਂ ਸਿਮਰਤ, ਇਹ ਵੀ ਜ਼ਰੂਰੀ ਹੈ ਕਿ ਕੰਮ ਵੇਲੇ ਕੰਮ ਹੀ ਕੀਤਾ ਜਾਵੇ ਤੇ ਪੂਰੇ ਧਿਆਨ ਨਾਲ ਕੀਤਾ ਜਾਵੇ। ਹੋਰ ਦੱਸੋ ਦਾਦਾ ਜੀ। ਸਿਮਰਤ ਨੂੰ ਦਾਦਾ ਜੀ ਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸਨ। ਸਿਮਰਤ, ਔਖੇ, ਜ਼ਰੂਰੀ ਅਤੇ ਵਧੇਰੇ ਧਿਆਨ ਮੰਗਦੇ ਕੰਮ ਉਦੋਂ ਕਰਨੇ ਚਾਹੀਦੇ ਹਨ ਜਦੋਂ ਅਸੀਂ ਤਾਜ਼ੇ ਹੋਈਏ। ਦਾਦਾ ਜੀ, ਮੈਂ ਸਵੇਰੇ ਉੱਠ ਕੇ ਹਿਸਾਬ, ਸਾਇੰਸ ਤੇ ਅੰਗਰੇਜ਼ੀ ਪੜ੍ਹਦੀ ਹਾਂ। ਹੋਰ ਸੁਖਾਲੇ ਵਿਸ਼ੇ ਪਿੱਛੋਂ ਪੜ੍ਹਦੀ ਹਾਂ। ਸ਼ਾਬਾਸ਼, ਤੇਰੀ ਦਾਦੀ ਵੀ ਜ਼ਰੂਰੀ ਕੰਮ ਪਹਿਲਾਂ ਮੁਕਾ ਕੇ ਨਿੱਕੇ ਨਿੱਕੇ ਕੰਮ ਪਿੱਛੋਂ ਕਰਦੀ ਹੁੰਦੀ ਸੀ। ਦਾਦਾ ਜੀ, ਤੁਸੀਂ ਕਿਹੜੇ ਵੇਲੇ ਪੜ੍ਹਨਾ ਠੀਕ ਸਮਝਦੇ ਸੀ, ਸਾਂਝ ਵੇਲੇ ਜਾਂ ਸਵੇਰੇ? ਬੇਟੀ ਸਿਮਰਤ, ਇਹ ਤਾਂ ਹਰੇਕ ਦੀ ਆਪਣੀ ਆਪਣੀ ਆਦਤ ਹੁੰਦੀ ਹੈ। ਉਂਝ ਮੈਨੂੰ ਅੰਮ੍ਰਿਤ ਵੇਲੇ ਉੱਠ ਕੇ ਪੜ੍ਹਨਾ ਪਸੰਦ ਰਿਹਾ ਏ। ਦਿਮਾਗ ਤੇ ਸਰੀਰ ਦੋਵੇਂ ਤਾਜ਼ਾ ਹੁੰਦੇ ਹਨ, ਆਲਾ ਦੁਆਲਾ ਸ਼ਾਂਤ ਹੁੰਦਾ ਹੈ। ਪਰ ਦਾਦਾ ਜੀ, ਮੈਥੋਂ ਸਵੇਰੇ ਸਵਖਤੇ ਉੱਠਿਆ ਹੀ ਨਹੀਂ ਜਾਂਦਾ। ਇੱਕ ਮਨ ਕਰਦਾ ਹੈ ਬਿਸਤਰ ਵਿੱਚ ਪਈ ਰਵਾਂ, ਦੂਜਾ ਮਨ ਕਰਦਾ ਹੈ ਉੱਠ ਕੇ ਪੜਾਂ। ਦਾਦਾ ਜੀ ਉੱਚੀ ਉੱਚੀ ਹੱਸਣ ਲੱਗੇ। ਫਿਰ ਬੋਲੇ, ਧੀਏ, ਸਾਰੇ ਬੱਚੇ ਐਵੇਂ ਹੀ ਸੋਚਦੇ ਹਨ। ਤਾਂ ਵੀ ਤੈਨੂੰ ਇੱਕ ਗੱਲ ਦੱਸਦਾ ਹਾਂ, ਨੀਂਦ ਤਾਂ ਪੂਰੀ ਹੋ ਹੀ ਗਈ ਹੁੰਦੀ ਹੈ। ਇਹ ਕੇਵਲ ਆਲਸ ਹੁੰਦਾ ਏ। ਜਿਹੜੇ ਮੁੰਡੇ ਤੇ ਕੁੜੀਆਂ ਜਾਣ ਲੈਂਦੇ ਹਨ ਕਿ ਹੁਣ ਥੋੜਾ ਆਰਾਮ ਤਿਆਗ ਕੇ ਮਿਹਨਤ ਕਰਕੇ ਸਾਰੀ ਉਮਰ ਦਾ ਸੁੱਖ ਮਿਲ ਸਕਦਾ ਹੈ, ਉਹ ਛਾਲਾਂ ਮਾਰ ਕੇ ਉੱਠ ਖਲੋਂਦੇ ਹਨ। ਜਿਵੇਂ ਛੋਟਾ ਵੀਰਾ ਟੀਵੀ ਉੱਤੇ ਫਿਲਮ ਦੇਖਣ ਲਈ ਝੱਟ ਉੱਠ ਬੈਠਦਾ ਹੈ। ਆਹੋ ਧੀਏ, ਜਿਹੜੀ ਗੱਲ ਵਿੱਚ ਕਿਸੇ ਦੀ ਦਿਲਚਸਪੀ ਹੁੰਦੀ ਹੈ, ਉਸ ਦੇ ਲਈ ਆਲਸ ਵੀ ਅੜਿੱਕਾ ਨਹੀਂ ਬਣਦਾ। ਖੇਡਣ ਗਏ ਬੱਚੇ ਬੁਲਾਇਆਂ ਵੀ ਘਰਾਂ ਨੂੰ ਔਖੇ ਮੁੜਦੇ ਹਨ। ਭੁੱਖ ਤੇ ਪਿਆਸ ਵੀ ਭੁੱਲ ਜਾਂਦੇ ਹਨ। ਕੰਮ ਨੂੰ ਦਿਲਚਸਪੀ ਦੇ ਨਾਲ ਕਰੀਏ ਤਦ ਹੀ ਉਹ ਖੇਲ ਬਣ ਜਾਂਦਾ ਹੈ। ਅਚਾਨਕ ਦਾਦਾ ਜੀ ਨੇ ਕਿਹਾ, ਲੈ, ਗੱਲਾਂ ਕਰਦੇ ਕਰਦੇ ਇੰਨੀ ਦੂਰ ਆ ਗਏ, ਚੱਲ ਹੁਣ ਵਾਪਸ ਚੱਲੀਏ। ਤੁਰਦਿਆਂ ਤੁਰਦਿਆਂ ਦੋਵੇਂ 2 ਕਿਲੋਮੀਟਰ ਆ ਗਏ ਸਨ। ਸਿਮਰਤ, ਸੁਣ, ਤੇਰੀ ਇਹ ਉਮਰ ਚੰਗੀਆਂ ਆਦਤਾਂ ਪਾਉਣ ਦੀ ਹੈ। ਦਾਦਾ ਜੀ, ਕਿਵੇਂ ਪਤਾ ਲੱਗੇ ਕਿਹੜੀਆਂ ਆਦਤਾਂ ਚੰਗੀਆਂ ਹਨ? ਬਹੁਤ ਸਿੱਧਾ ਹੈ ਸਿਮਰਤ, ਮੈਂ ਦੱਸਦਾ ਹਾਂ। ਸਵਖਤੇ ਉੱਠਣਾ, ਸਫਾਈ ਰੱਖਣੀ, ਸਮੇਂ ਸਿਰ ਖਾਣਾ ਤੇ ਸੌਣਾ, ਕਸਰਤ ਕਰਨੀ, ਮਿੱਠਾ ਬੋਲਣਾ, ਖੁਸ਼ ਰਹਿਣਾ, ਮਿਹਨਤ ਕਰਨੀ ਚੰਗੀਆਂ ਆਦਤਾਂ ਹਨ। ਅਜਿਹੀਆਂ ਆਦਤਾਂ ਦੇ ਨਾਲ ਆਪ ਵੀ ਸੁਖੀ ਤੇ ਦੂਜੇ ਵੀ ਸੁਖੀ। ਤੇ ਬੁਰੀਆਂ ਆਦਤਾਂ? ਦਾਦਾ ਜੀ, ਮੈਂ ਦੱਸਦੀ ਹਾਂ। ਦੇਰ ਨਾਲ ਜਾਗਣਾ, ਗੰਦੇ ਰਹਿਣਾ, ਆਲਸ ਕਰਨਾ, ਖਿਜੂ ਬਣਨਾ, ਕੰਮਚੋਰ ਹੋਣਾ। ਬਹੁਤ ਖੂਬ। ਲੋ, ਆਪਾਂ ਕਾਫੀ ਸੈਰ ਕਰ ਲਈ, ਪਤਾ ਹੀ ਨਹੀਂ ਲੱਗਿਆ। ਮੈਨੂੰ ਤਾਂ ਬਹੁਤ ਲਾਭ ਹੋਇਆ ਦਾਦਾ ਜੀ, ਨਾਲੇ ਸੈਰ ਤੇ ਨਾਲੇ ਸਿੱਖਿਆ। ਸਿਮਰਤ, ਤੂੰ ਆਖ, ਨਾਲੇ ਪੁੰਨ ਤੇ ਨਾਲੇ ਫਲੀਆਂ। ਬਿਲਕੁਲ ਠੀਕ। ਇਹ ਕਹਿ ਕੇ ਸਿਮਰਤ ਆਪਣੇ ਦਾਦਾ ਜੀ ਲਈ ਪਾਣੀ ਲਿਆਉਣ ਅੰਦਰ ਚਲੀ ਗਈ।